My dear students and my dear friends, today we will read about a poem, The Road Not Taken. It is written by world acclaimed and world famous poet Robert Frost, American poet. He belongs to 20th century. My dear friends, ਇਹ ਪੋਇਮ ਵਿਸ਼ਵ ਪ੍ਰਸਿੱਧ ਕਵੀ ਰੋਬਰਟ ਫਰੋਸਟ ਦੁਆਰਾ ਲਿਖਿਤ ਹੈ। ਪਿਆਰੇ ਬੱਚਿਓ, ਰੋਬਰਟ ਫਰੋਸਟ ਬਹੁਤ ਸਰਲ ਭਾਸ਼ਾ 'ਚ ਲਿਖਦਾ ਹੈ, ਲੇਕਿਨ ਹਿਜ਼ ਲੈਂਗੁਏਜ ਇਜ਼ ਸਿੰਪਲ ਬਟ ਦ ਥਾਟ ਇਜ਼ ਲੌਫਟੀ। ਆਕਾਰ ਦੇ ਵਿੱਚ ਛੋਟੀ ਹੁੰਦੀ ਹੈ, ਲੇਕਿਨ ਵਿਚਾਰ ਦੇ ਵਿੱਚ ਬਹੁਤ ਉਚੇਰੀ ਹੁੰਦੀ ਹੈ। ਇਸ ਦੀ ਜਿਹੜੀ ਕਵਿਤਾ ਹੈ, I am reading this poem for you. You will know how philosophy is injected into this poem. Two roads diverged in yellow woods, and sorry I could not travel both. And be one traveller long I stood, and looked down one as far as I could. To me, to where it bent in the undergrowth, first stanza has 5 lines, and the rhyme scheme is A B A A B. In the all 4 stanzas, this rhyme scheme is used. A B A A B. Would, both, stood, could and growth. Last words in lines there. Two roads diverged in yellow wood. ਦੋ ਰਸਤੇ ਇੱਕ ਜੰਗਲ ਦੇ ਵਿੱਚ ਇਲਾਦਾ ਹੋ ਰਹੇ ਸਨ। ਇਸ ਦਾ ਮਤਲਬ ਇਹ ਹੈ ਕਿ ਕਵੀ ਜਿਹੜਾ ਹੈ ਜੰਗਲ ਦੇ ਵਿੱਚ ਜਾ ਰਿਹਾ ਹੈ। ਇੱਕ ਰਸਤਾ ਸੀ, ਉਸ 'ਚ ਤੁਰ ਕੇ ਉਹ ਬਹੁਤ ਦੂਰ ਤੱਕ ਗਿਆ, ਅਤੇ ਫਿਰ ਉਹ ਸੜਕ ਜਿਹੜੀ ਸੀਗੀ, ਉਹ ਰਸਤਾ ਜਿਹੜਾ ਸੀਗਾ ਉਹ 2 ਹਿੱਸੇ 'ਚ ਵੰਡਿਆ ਗਿਆ। ਡਾਵਰਜਡ ਇਨ ਏ ਯੈਲੋ ਵੁੱਡ। ਵੁੱਡ ਕਿਸ ਤਰ੍ਹਾਂ ਦਾ ਹੈ? ਯੈਲੋ ਹੈ। ਇਟ ਇਜ਼ ਨੋਟ ਏ ਗ੍ਰੀਨ ਵੁੱਡ। ਇਸ ਦਾ ਮਤਲਬ ਇਹ ਹੈ ਕਿ ਕਵੀ ਸਫ਼ਰ ਕਦੋਂ ਕਰ ਰਿਹਾ ਹੈ? ਆਟਮ ਸੀਜ਼ਨ ਦੇ ਵਿੱਚ ਕਰ ਰਿਹਾ, ਪਤਝੜ ਦੇ ਵਿੱਚ ਕਰ ਰਿਹਾ, ਜਦੋਂ ਪੱਤੇ ਜਿਹੜੇ ਨੇ ਪੀਲੇ ਪੈ ਜਾਂਦੇ ਨੇ, ਜਿਹੜਾ ਜੰਗਲਾਂ ਦਾ ਰੰਗ ਜਿਹੜਾ ਹੈ ਗ੍ਰੀਨ ਤੋਂ ਯੈਲੋ ਬਣ ਜਾਂਦਾ। ਬੱਚਿਓ, ਗ੍ਰੀਨ ਇਜ਼ ਦਾ ਕਲਰ ਆਫ ਪ੍ਰੋਸਪੈਰਿਟੀ, ਗ੍ਰੀਨ ਇਜ਼ ਦਾ ਕਲਰ ਆਫ ਗਰੋਥ। ਗ੍ਰੀਨ ਜਿਹੜਾ ਰੰਗ ਹੈ ਉਹ ਖੁਸ਼ਹਾਲੀ ਦਾ ਪ੍ਰਤੀਕ ਹੈ, ਸਾਡੀ ਖੁਸ਼ੀ ਦਾ ਪ੍ਰਤੀਕ ਹੈ। ਯੈਲੋ ਜਿਹੜਾ ਹੈ ਉਹ ਸੈਡਨੈਸ ਤਾਂ ਨਹੀਂ ਅਸੀਂ ਕਹਿ ਸਕਦੇ, ਲੇਕਿਨ ਰਿਜੈਕਸ਼ਨ ਐਂਡ ਡਿਜੈਕਸ਼ਨ ਦਾ ਪ੍ਰਤੀਕ ਹੁੰਦਾ ਹੈ। ਸੋ ਇਸ ਪੋਇਮ ਦੇ ਵਿੱਚ ਇੱਕ ਪਿਕਟੋਰੀਅਲ ਟੱਚ ਹੈ, ਫੋਟੋ ਵੀ ਬਣਾਈ ਜਾ ਸਕਦੀ ਹੈ। ਜੰਗਲ ਹੈ, ਪੀਲੇ ਰੰਗ ਦਾ ਹੈ, ਔਰ ਇੱਕ ਬੰਦਾ ਕਵੀ ਉੱਥੇ ਖੜਾ ਹੈ, 2 ਪਾਸੇ ਰਸਤੇ ਜਾ ਰਹੇ ਨੇ। ਐਂਡ ਸੌਰੀ ਆਈ ਕੁਡ ਨੋਟ ਟਰੈਵਲ ਬੋਥ। ਬੱਚਿਓ, ਤੁਸੀਂ ਇੱਕੋ ਟਾਈਮ ਦੇ ਵਿੱਚ 2 ਰਸਤਿਆਂ 'ਤੇ ਚੱਲ ਸਕਦੇ ਹੋ? ਨਹੀਂ ਚੱਲ ਸਕਦੇ। ਸਾਨੂੰ ਜਿਹੜਾ ਹੈ 2 ਰਸਤਿਆਂ ਦੇ ਵਿੱਚੋਂ ਇੱਕ ਰਸਤਾ ਚੁਣਨਾ ਪੈਂਦਾ ਹੈ, ਚਾਹੇ ਵਿਚਾਰਧਾਰਾ ਦਾ ਰਸਤਾ ਹੋਏ, ਚਾਹੇ ਪੜ੍ਹਾਈ ਦਾ ਰਸਤਾ ਹੋਏ, ਚਾਹੇ 2 ਦੋਸਤਾਂ ਦੇ ਵਿੱਚੋਂ ਇੱਕ ਦਾ ਚੁਣਾਵ ਕਰਨਾ ਹੋਏ ਤਾਂ ਇੱਕ ਦਾ ਹੀ ਕਰਾਂਗੇ। ਸੋ ਲਾਈਫ ਡਿਪੈਂਡਸ ਔਨ ਚੋਇਸ, ਐਂਡ ਇਫ ਦ ਚੋਇਸ ਇਜ਼ ਪੋਜ਼ਿਟਿਵ ਇਟ ਵਿਲ ਬ੍ਰਿੰਗ ਪੋਜ਼ਿਟਿਵ ਰਿਜ਼ਲਟਸ। ਐਂਡ ਬੀ ਵਨ ਟਰੈਵਲਰ ਲੌਂਗ ਆਈ ਸਟੁੱਡ। ਮੈਂ ਇਕੱਲਾ ਟਰੈਵਲਰ ਸੀਗਾ, ਹੋਰ ਕੋਈ ਉੱਥੇ ਨਹੀਂ ਸੀਗਾ, ਅਤੇ ਮੈਂ ਕਾਫੀ ਦੇਰ ਤੱਕ ਉੱਥੇ ਖੜਾ ਰਿਹਾ। ਕਵੀ ਚਿੰਤਨ ਕਰਦਾ ਹੈ, ਸੋਚਦਾ ਹੈ ਉੱਥੇ ਖੜਾ। ਲੌਂਗ ਆਈ ਸਟੁੱਡ ਐਂਡ ਲੁੱਕ ਡਾਊਨ ਵਨ ਐਜ ਫਾਰ ਐਜ ਈ ਕੁਡ। ਇੱਕ ਰਸਤੇ ਵੱਲ ਦੇਖਦਾ ਹੈ, ਸੋਚ ਵਿਚਾਰ ਕਰਦਾ ਹੈ। ਟੂ ਵੇਅਰ ਇਟ ਬੈਂਟ ਇਨ ਦ ਅੰਡਰਗ੍ਰੋਥ। ਔਰ ਉਹ ਜਾ ਰਿਹਾ ਹੈ, ਮੁੜ ਰਿਹਾ ਹੈ। ਕਿੱਧਰਲੇ ਪਾਸੇ ਮੁੜ ਰਿਹਾ ਹੈ? ਬਹੁਤ ਝਾੜੀਆਂ ਦੇ ਵਿੱਚ, ਜਿੱਥੇ ਅੰਡਰ ਗਰੋਥ ਹੈ, ਹਾਂਜੀ, ਉਸ ਤੋਂ ਅੱਗੇ ਰਸਤਾ ਜਿਹੜਾ ਦਿਖਦਾ ਨਹੀਂ ਹੈ।
ਸੋ ਕਵੀ ਇਹਨਾਂ ਲਾਈਨਾਂ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਦੋ ਚਿੱਤੇ ਦੇ ਵਿੱਚ ਹੈ, ਹੀ ਇਜ਼ ਇਨ ਏ ਡਾਇਲੇਮਾ of choosing one path, or the poet is all alone. Then took the other as just as fair, and having perhaps the better claim, because it was grassy and wanted wear, though as far that the passing there had warmed them really about the same. It is the second stanza, and the poet explains both the paths. ਜਿਹੜਾ ਮਰਜ਼ੀ ਰਸਤੇ ਹੋਣ ਬੇਟੇ, ਉਹਨਾਂ ਦੇ ਆਪਣੇ ਆਪਣੇ ਮੈਰਿਟਸ ਹੁੰਦੇ ਨੇ, ਕੁਝ ਨਾ ਕੁਝ ਗੁਣ ਲਏ ਹੁੰਦੇ ਨੇ ਜਿਹੜੇ ਰਸਤੇ ਨੇ। then took the other, ਦੂਸਰਾ ਰਸਤਾ, just as fair, as just as fair, ਉਹ ਵੀ ਉਨਾ ਚੰਗਾ ਜਿਹੜਾ ਕਿ ਪਹਿਲਾ ਹੈ। and having perhaps the better claim, ਹੋ ਸਕਦਾ ਜੇ ਚਿੰਤਨ ਕੀਤਾ ਜਾਏ, ਸੋਚ ਵਿਚਾਰ ਕੀਤਾ ਜਾਏ ਤਾਂ ਉਹ ਪਹਿਲੇ ਨਾਲੋਂ ਜ਼ਿਆਦਾ ਬਿਹਤਰ ਹੋਏ। ਬਿਕੋਜ਼ ਇਟ ਵਾਜ਼ ਗ੍ਰਾਸੀ ਐਂਡ ਵਾਂਟਡ ਵੇਅਰ, ਘਾਹ ਦੇ ਨਾਲ ਭਰਿਆ ਹੋਇਆ ਹੈ ਔਰ ਕੋਈ ਬੰਦਾ ਜਿਹੜਾ ਹੈ ਉਸ 'ਤੇ ਚੱਲਿਆ ਨਹੀਂ ਹੈ। ਵਾਂਟਡ ਵੇਅਰ, ਵੇਅਰ ਮੈਨੇ ਇਸਤੇਮਾਲ ਕਰਨਾ, ਹਾਂਜੀ ਕਿਸੇ ਨੇ ਇਸਤੇਮਾਲ ਨਹੀਂ ਕੀਤਾ ਹੈ। ਵਾਂਟ ਮੈਨੇ ਲੈਕ, ਹੇਅਰ ਵਾਂਟ ਮੈਨੇ ਲੈਕ। though as for that the passing there had warmed them really about the same. ਦੋਨੋਂ ਰਸਤੇ ਜਿਹੜੇ ਨੇ ਇੱਕੋ ਤਰ੍ਹਾਂ ਦੇ ਲੋਕਾਂ ਨੇ ਇਸਤੇਮਾਲ ਕੀਤੇ ਹੋਏ ਨੇ। warmed them really about the same, ਠੀਕ ਹੈ। ਤੇ ਸੋ ਇਸ ਸਟੈਂਜ਼ੇ ਦੇ ਵਿੱਚ ਕਵੀ ਨੇ ਦੋਨੋਂ ਰਸਤਿਆਂ ਦਾ, ਦੋਨੋਂ ਪਥ ਦਾ ਜਿਹੜਾ ਹੈ ਵਰਣਨ ਕੀਤਾ ਹੈ। Third stanza, and both that morning equally lay in leaves, no step had trodden black. Oh, I kept the first for another day, yet knowing how way leads on to way, I doubted if I should ever come back. Time is morning, and both that morning equally lay. ਸਵੇਰ ਦੇ ਟਾਈਮ ਉਹ ਇੱਕੋ ਜਿਹੇ ਲੱਗ ਰਹੇ ਨੇ, ਇਕੁਅਲੀ ਲੇ। ਇਨ ਲੀਵਸ, ਕਿਸ ਚੀਜ਼ ਦੇ ਵਿੱਚ? ਪੱਤੇ ਉਹਨਾਂ 'ਤੇ ਉੱਪਰ ਪਏ ਹੋਏ ਨੇ, ਸਟੀਵਡ ਵਿਦ ਲੀਵਸ। ਨੋ ਸਟੈਪ ਹੈਡ ਟ੍ਰੋਡਨ ਬਲੈਕ, ਔਰ ਉਹਨਾਂ ਪੱਤਿਆਂ 'ਤੇ ਚੱਲ ਕੇ ਕਿਸੇ ਨੇ ਉਹਨਾਂ ਨੂੰ ਕਾਲਾ ਨਹੀਂ ਕੀਤਾ। ਕਾਰਨ ਦੋ ਹੋ ਸਕਦੇ ਨੇ, ਜਾਂ ਤਾਂ ਉਹ ਰਸਤੇ ਬਹੁਤ ਮੁਸ਼ਕਿਲ ਨੇ ਇਸ ਕਰਕੇ ਉਸ 'ਤੇ ਯਾਤਰੀ ਨਹੀਂ ਚੱਲਦੇ। ਮੁਸ਼ਕਿਲ ਰਸਤਿਆਂ 'ਤੇ ਅਸੀਂ ਨਹੀਂ ਚੱਲਦੇ ਹਾਂ, ਅਸੀਂ ਆਸਾਨ ਰਸਤਾ ਚਾਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਵੀ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਸਾਨੂੰ ਪਸੰਦ ਹੁੰਦਾ ਹੈ। ਸੈਕੰਡਲੀ, ਇਟ ਇਜ਼ ਦਾ ਮਾਰਨਿੰਗ ਟਾਈਮ। ਮਾਰਨਿੰਗ, ਫਸਟ ਹੀ ਲਾਈਨ ਦੇ ਵਿੱਚ ਕਹਿੰਦਾ ਮਾਰਨਿੰਗ, ਮਾਰਨਿੰਗ ਮਤਲਬ ਸਵੇਰ ਦਾ ਟਾਈਮ ਹੈ। ਹਾਲੇ ਯਾਤਰੀ ਉਸ ਰਸਤਿਆਂ 'ਤੇ ਚੱਲਣੇ ਨਹੀਂ ਸ਼ੁਰੂ ਹੋਏ। ਓਹ, ਆਈ ਕੈਪਟ ਦਾ ਫਸਟ ਫॉर ਅਨਦਰ ਡੇ, ਮੈਂ ਇੱਕ ਰਸਤਾ ਅੱਜ ਚੁਣ ਲੈਣਾ, ਦੂਜਾ ਕਿਸੇ ਹੋਰ ਦਿਨ ਚੁਣ ਲਵਾਂਗਾ। ਯੈਟ ਨੋਇੰਗ ਹਾਊ ਵੇ ਲੀਡਸ ਔਨ ਟੂ ਵੇ, ਇੱਕ ਰਸਤਾ ਦੂਸਰੇ ਰਸਤੇ ਵੱਲ ਨੂੰ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੈ, ਇੱਕ ਰਸਤਾ ਦੂਜੇ ਰਸਤੇ ਵੱਲ ਚਲੇ ਜਾਂਦਾ ਹੈ। ਆਈ ਡਾਊਟਡ ਇਫ ਆਈ ਸ਼ੁੱਡ ਐਵਰ ਕਮ ਬੈਕ। ਲਾਸਟ ਲਾਈਨ ਦੇ ਵਿੱਚ ਕਵੀ ਆਪਣੇ ਡਾਊਟ ਕ੍ਰੀਏਟ ਕਰਦਾ ਹੈ, ਆਪਣੇ ਸ਼ੰਕਾ ਜ਼ਾਹਿਰ ਕਰਦਾ ਹੈ ਕਿ ਮੈਂ ਇਸ ਜੰਗਲ 'ਚ ਇਹਨਾਂ ਰਸਤਿਆਂ 'ਤੇ ਦੂਜੇ ਰਸਤੇ 'ਤੇ ਚੱਲਣ ਦੇ ਵਾਸਤੇ ਕੀ ਦੁਬਾਰਾ ਆਵਾਂਗਾ। I shall be telling this with the sigh. Last stanza. I shall be telling this with the sigh. Somewhere ages and ages hence, two roads diverged in a wood, and I took the one less travelled by, and that has made all the difference. I shall be telling this with the sigh. मैं आह पढ़ के ये गल दस रहा हाँ कि जंगल दे विच दो रस्ते अड अड हो रहे हैं। लास्ट 3 लाइन्स दे विच टू रोड्स डाइवर्ज इन वुड्स, जंगल दे विच दो रस्ते वक्रे वक्रे हो रहे हैं। एंड आई टुक द वन लेस ट्रैवल्ड बाय, मैं उस दा चुनाव किया है
ਜਿਸ 'ਤੇ ਲੋਕ ਘੱਟ ਚੱਲਦੇ ਹਨ, ਐਂਡ ਦੈਟ ਹੈਜ਼ ਮੇਡ ਆਲ ਦ ਡਿਫਰੈਂਸਿਸ। ਔਰ ਇਸ ਨੇ ਹੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਵੱਖਰਾ ਪਲ ਲਿਆਉਣਾ ਹੈ। ਮੈਂ ਦੁਨੀਆ ਤੋਂ ਵੱਖਰਾ ਹੋਵਾਂਗਾ। ਬੱਚਿਓ, ਵਾਕਈ ਹੀ ਜੋ ਲੋਕ ਜ਼ਿੰਦਗੀ ਦੇ ਵਿੱਚ ਚੋਇਸ ਕਰਨ 'ਚ ਬਹੁਤ ਹੁੰਦੇ ਨੇ, ਮਾਹਿਰ ਹੁੰਦੇ ਨੇ, ਜਿਨ੍ਹਾਂ ਦੀਆਂ ਚੋਇਸਿਸ ਬਹੁਤ ਅੱਛੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਚੁਣਾਵ ਬਹੁਤ ਅੱਛੇ ਹੁੰਦੇ ਨੇ, ਪੋਜ਼ੀਟਿਵ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਿਜ਼ਲਟ ਜਿਹੜੇ ਨੇ ਬਹੁਤ ਵਧੀਆ ਆਉਂਦੇ ਨੇ। ਉਹਨਾਂ ਦੇ ਜਿਹੜੇ ਚੋਣ ਹੁੰਦੀ ਹੈ, ਉਹਨਾਂ ਦੇ ਚੁਣਾਵ ਜਿਹੜੇ ਹੁੰਦੇ ਨੇ, ਉਹ ਭੀੜ ਤੰਤਰ ਤੋਂ ਪ੍ਰਭਾਵਿਤ ਨਹੀਂ ਹੁੰਦੇ, ਭੇਡ ਪ੍ਰਵਰਤੀ ਦੇ ਨਾਲ ਨਹੀਂ ਲਏ ਗਏ ਹੁੰਦੇ। ਉਹਨਾਂ ਨੇ ਇੱਕ ਮੌਲਿਕ ਦ੍ਰਿਸ਼ਟੀਕੋਣ ਦੇ ਨਾਲ ਆਪਣੇ ਚੁਣਾਵ ਕੀਤੇ ਹੋਏ ਹੁੰਦੇ ਨੇ, ਅਤੇ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਐਸੇ ਐਸੇ ਆਉਂਦੇ ਨੇ ਕਿ ਆਉਣ ਵਾਲੇ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੁੰਦਾ है। किया गया है कि अगर जीवन में महान उद्देश्य के लिए चलना है तो अकेले चलो, सच की राह पर भीड़ नहीं होती। प्यारे बच्चों, यही कवि भी कला है। पहले स्टेंजे दे विच तीसरी लाइन देखो ध्यान दे नाल, एंड बी वन ट्रैवलर, और लास्ट दे विच उसने कहा है कि मैं वन लेस ट्रैवल्ड बाय। हाँ जी, ਦੋਵੇਂ ਪਹਿਲੇ ਸਟੈਂਸੇ ਦੇ ਵਿੱਚ ਵੀ ਵਨ ਸ਼ਬਦ ਇਸਤੇਮਾਲ ਕੀਤਾ, ਦੂਜੇ ਵਿੱਚ ਵੀ ਵਨ ਇਸਤੇਮਾਲ ਕੀਤਾ। ਇਹ ਖੂਬੀ ਹੈ, ਇਹ ਇਸ ਕਵੀ ਦੀ ਖੂਬੀ ਹੈ, ਔਰ ਬਹੁਤ ਉਚਾਈਆਂ ਦੇ ਨਾਲ ਲਿਖ ਰਿਹਾ ਹੈ ਕਵੀ, ਔਰ ਲਿਖਦਾ ਹੈ। ਪਿਆਰੇ ਬੱਚਿਓ, ਇੱਥੇ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵਿਚਾਰਕ ਬੌਧਿਕਤਾ ਦੀ ਔਰ ਫਿਲਾਸਫੀ ਦੀ ਉਹ ਉਚਾਈ ਹੈ ਜਿਸ ਤੋਂ ਦੁਨੀਆ ਦੇ ਜਿਹੜੇ ਨੇ ਟਾਵਰਿੰਗ ਪਰਸਨੈਲਿਟੀਜ਼ ਜਿਹੜੀਆਂ ਨੇ ਬਹੁਤ ਪ੍ਰਭਾਵਿਤ ਹੋਈਆਂ। 1961 ਦੇ ਵਿੱਚ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਕੈਨੇਡੀ ਜਦੋਂ ਸ਼ਪਥ ਲੈ ਰਹੇ ਸੀਗੇ, ਅਮਰੀਕਾ ਦੇ ਬਹੁਤ ਮਕਬੂਲ ਜਿਹੜੇ ਨੇ, ਬਹੁਤ ਪ੍ਰਿਯ ਪ੍ਰੈਜ਼ੀਡੈਂਟ ਹੋਏ ਨੇ, ਰਾਸ਼ਟਰਪਤੀ ਹੋਏ ਨੇ। ਜਦੋਂ ਉਹਨਾਂ ਨੇ ਸ਼ਪਥ ਲੈਣੀ ਸੀ ਤੇ ਰੋਬਰਟ ਫਰੋਸਟ ਨੂੰ ਜਿਹੜਾ ਹੈ ਉਚੇਚਾ ਉੱਥੇ ਬੁਲਾਇਆ ਗਿਆ ਆਪਣੀ ਪੋਇਮ ਰਿਸਾਈਟ ਕਰਨ ਦੇ ਲਈ, ਦ ਗਿਫਟ ਆਊਟਰਾਈਟ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਕਿੰਨੀ ਉਚਾਈ ਤੇ ਕਿੰਨੇ ਚੰਗੇ ਢੰਗ ਦੇ ਨਾਲ ਔਰ ਪ੍ਰਸਿੱਧ ਕਵੀ ਸੀ। ਬੱਚਿਓ, ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂਗਾ ਤੁਹਾਡੀ ਨੌਲੇਜ ਦੇ ਵਾਸਤੇ, ਉਹ ਯਾਦ ਵੀ ਰੱਖਣਾ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? ਹਾਂਜੀ, 1947 'ਚ ਭਾਰਤ ਆਜ਼ਾਦ ਹੋਇਆ। ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ ਪੰਡਿਤ ਜਵਾਹਰ ਲਾਲ ਨਹਿਰੂ। ਔਰ ਪੰਡਿਤ ਜਵਾਹਰ ਲਾਲ ਨਹਿਰੂ ਇੱਕ ਮਹਾਨ ਦਾਰਸ਼ਨਿਕ ਵੀ ਹੋਏ ਨੇ, ਬਹੁਤ ਵਧੀਆ ਲਿਖਦੇ ਸੀ, ਕਈ ਕਿਤਾਬਾਂ ਲਿਖੀਆਂ। ਬੱਚਿਓ, ਉਹ ਵੀ ਰੋਬਰਟ ਫਰੋਸਟ ਦੀਆਂ ਕਵਿਤਾਵਾਂ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਹਨਾਂ ਦੀ ਇੱਕ ਪੋਇਮ ਹੈ ਸਟੋਪਿੰਗ ਬਾਏ ਦ ਵੁੱਡ, ਉਹ ਵੀ ਜੰਗਲ 'ਚ ਨੇ। ਰੋਬਰਟ ਫਰੋਸਟ ਇਕੱਲਾ ਹੈ ਉੱਥੇ, ਬਸ ਇੱਕ ਘੋੜਾ ਹੈ। ਉਸ ਦੀਆਂ ਪੋਇਮ ਦੀਆਂ, ਸਟੋਪਿੰਗ ਬਾਏ ਦ ਵੁੱਡ ਦੀਆਂ 4 ਲਾਈਨਾਂ ਆਪਣੇ ਵਰਕਿੰਗ ਡੈਸਕ 'ਤੇ ਰੱਖਦੇ ਸੀਗੇ। ਦ ਵੁੱਡਸ ਆਰ ਲਵਲੀ, ਡਾਰਕ ਐਂਡ ਗ੍ਰੀਨ, ਬਟ ਆਈ ਹੈਵ ਪ੍ਰੋਮਿਸਸ ਟੂ ਕੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ, ਮਾਈਲਸ ਟੂ ਗੋ ਬਿਫੋਰ ਆਈ ਸਲੀਪ। ਇਹ 4 ਲਾਈਨਾਂ ਜਿਹੜੀਆਂ ਸੀਗੀਆਂ, ਉਹ ਸਾਡੇ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਵਰਕਿੰਗ ਡੈਸਕ 'ਤੇ, ਜਿੱਥੇ ਉਹ ਕੰਮ ਕਰਦੇ ਸੀਗੇ, ਉਹ ਲਿਖ ਕੇ ਲਗਾਈਆਂ ਹੋਈਆਂ ਸੀਗੀਆਂ। ਆਪਣੇ ਪਿੱਲੋ ਦੇ ਥੱਲੇ ਉਸ ਨੂੰ ਰੱਖਿਆ ਹੋਇਆ ਸੀਗਾ। ਅਤੇ ਇਹ ਸਭ ਕੁਝ ਜਿਹੜਾ ਸੀਗਾ ਰੋਬਰਟ ਫਰੋਸਟ ਦੇ ਬਾਰੇ 'ਚ ਮੈਂ ਤੁਹਾਨੂੰ ਦੱਸਿਆ। ਬੱਚਿਓ, ਤੁਸੀਂ ਬਾਖੂਬੀ ਜਿਹੜਾ ਹੈ ਇਸ ਦਾ ਜਿਹੜਾ ਹੈ ਸੈਂਟਰਲ ਆਈਡੀਆ ਜਿਹੜਾ ਹੈ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਕਿਸ ਵਿਸ਼ੇ 'ਤੇ ਇਹ ਕਵਿਤਾ ਲਿਖੀ ਹੈ, ਕਵੀ ਕੀ ਕਹਿਣਾ ਚਾਹੁੰਦਾ ਹੈ, ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ। ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਆਪਣੇ ਚੁਣਾਵ ਬਹੁਤ ਬੁੱਧੀਮਤਾ ਦੇ ਨਾਲ ਕਰੋ, ਉਸ ਨੂੰ ਦੂਜੇ ਜਿਹੜੇ ਨੇ ਦੀਆਂ ਵਿਚਾਰਧਾਰਾ ਨਾਲ ਇਨਫਲੂਐਂਸ ਨਾ ਕਰੋ, ਜੀਵਨ 'ਚ ਇਕੱਲੇ ਚੱਲਣ ਦੀ ਆਦਤ ਪਾਓ, ਇਕੱਲੇ ਡਿਸੀਜ਼ਨ ਲਓ। ਹਾਂਜੀ, ਔਰ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਹੈ ਸੱਚੇ ਔਰ ਸੁੱਚੀ ਸੋਚ 'ਤੇ ਪਹਿਰਾ ਦਿਓ। ਥੈਂਕ ਯੂ ਵੈਰੀ ਮੱਚ। ਧੰਨਵਾਦ।